ਹੈਲੋ ਫਰੈਂਡ, ਵੈਲਕਮ ਟੂ ਕੁੱਬਾ ਲਰਨੋਲ ਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਨਾਲ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ, ਚਾਹੇ ਉਹ ਮਾਸਟਰ ਕੈਡਰ ਐਸਐਸਟੀ ਹੋਵੇ, ਹਿਸਟਰੀ ਲੈਕਚਰਰ ਹੋਵੇ, ਈਟੀਟੀ ਜਾਂ ਐਨਟੀਟੀ ਦੀਆਂ ਜੋ ਪੋਸਟਾਂ ਆਉਣ ਵਾਲੀਆਂ ਹਨ ਉਹਨਾਂ ਦੀ ਗੱਲ ਕਰੀਏ, ਜਾਂ PSSB ਦੇ ਅਧੀਨ ਨਿਕਲੀਆਂ ਹੋਈਆਂ ਕਲਰਕ ਦੀਆਂ ਅਸਾਮੀਆਂ ਦੀ ਗੱਲ ਹੋਵੇ, ਔਰ ਜਾਂ ਫਿਰ ਫੋਰੈਸਟ ਗਾਰਡ ਜਾਂ PSPCL ਦੇ ਜਿਹੜੇ ਕਲਰਕ ਦੀ ਭਰਤੀ ਹੋਣੀ ਹੈ ਉਹਨਾਂ ਦੀ ਗੱਲ ਹੋਵੇ, ਤਾਂ ਵਿਦਿਆਰਥੀ ਸਾਥੀਓ ਮਾਡਰਨ ਇੰਡੀਆ ਇੱਕ ਅਜਿਹੀ ਹਿਸਟਰੀ ਹੈ ਜਿਹੜੀ ਕਿ ਹਰ ਇੱਕ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਤਾਂ ਆਪਾਂ ਮਾਡਰਨ ਇੰਡੀਆ ਹਿਸਟਰੀ ਦੇ ਵਿੱਚ ਹੀ ਅੱਜ ਪੰਜਾਬ ਦੀ ਹਿਸਟਰੀ ਜਿਹੜੀ ਆ ਉਹ ਵੀ ਕਵਰ ਕਰਾਂਗੇ, ਔਰ ਮੇਰੇ 2-3 ਲੈਕਚਰ ਇਸ ਮਾਡਰਨ ਇੰਡੀਆ ਹਿਸਟਰੀ ਦੇ ਵਿੱਚ ਹੋਰ ਆਉਣਗੇ। ਇਸ ਤੋਂ ਬਾਅਦ ਆਪਾਂ ਨਵੇਂ ਵਿਸ਼ੇ ਦੀ ਸ਼ੁਰੂਆਤ ਕਰਾਂਗੇ। ਜੇਕਰ ਮੈਂ ਗੱਲ ਕਰਾਂ ਹੁਣ ਕਿ ਮਾਡਰਨ ਇੰਡੀਆ ਦਾ ਰੋਲ ਕੀ ਹੈ ਵੱਖ-ਵੱਖ ਪੇਪਰਾਂ ਦੇ ਵਿੱਚ, ਤਾਂ ਵਿਦਿਆਰਥੀ ਸਾਥੀਓ ਪੰਜਾਬ ਲੈਵਲ ਦਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੁੰਦਾ ਤਾਂ ਉਹਦੇ ਵਿੱਚ ਕੀ ਹੈ, ਮਾਡਰਨ ਇੰਡੀਆ ਦਾ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਹੁੰਦਾ। ਤਾਂ ਮੈਂ ਹਰ ਇੱਕ ਪ੍ਰਸ਼ਨ ਜਿਹੜਾ 18 ਜਿਹੜੀਆਂ ਆਪਣੀਆਂ ਇਹ ਵੀਡੀਓਜ਼ ਹੋ ਚੁੱਕੀਆਂ ਸੀਗੀਆਂ ਪਹਿਲਾਂ, ਉਹਨਾਂ ਦੇ ਵਿੱਚ ਕਵਰ ਕਰਵਾ ਦਿੱਤਾ। ਇਸ ਤੋਂ ਬਾਅਦ ਆਪਾਂ 19, 20, 21 ਤੇ ਅੱਜ 22 ਕਰਨ ਜਾ ਰਹੇ ਹਾਂ। ਤਾਂ ਇਹਨਾਂ ਦੇ ਵਿੱਚ ਕੀ ਹੈ, ਮਿਸਲੀਨੀਅਸ ਕੁਐਸਚਨ ਇਹੋ ਜਿਹੇ ਪਾਏ ਆ ਜਿਹੜੇ ਪੇਪਰਾਂ 'ਚ ਪੁੱਛੇ ਗਏ ਆ, ਪਰ ਆਪਾਂ ਉਹ 18 ਥਿਊਰੀਜ਼ ਦੇ ਵਿੱਚ ਜਿਹੜੇ ਕਵਰ ਨਹੀਂ ਸੀ ਕੀਤੀ। ਠੀਕ ਹੈ, ਉਹ ਥਿਊਰੀ ਬੇਸਡ ਜਿਹੜੇ ਸੀਗੇ ਸਾਰੇ MCQ ਸੀਗੇ, ਤਾਂ ਉਹ ਹੁਣ ਆਪਾਂ ਇਹਨਾਂ ਦੇ ਵਿੱਚ ਕਵਰ ਕਰਾਂਗੇ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪਾਂ ਵੀਡੀਓ ਦੇ ਵੱਲ ਨੂੰ ਵੱਧਦੇ ਹਾਂ। ਸਾਡੇ ਕੋਲੇ ਅੱਜ ਦਾ ਲੈਕਚਰ ਹੈ ਜੀ 22ਵਾਂ ਪੰਜਾਬ ਗਵਰਨਮੈਂਟ ਹਿਸਟਰੀ ਆਪਾਂ ਕਵਾਂਗੇ। ਚਲੋ ਜੀ ਅੱਗੇ ਵਧਦੇ ਹਾਂ। ਸਾਡੇ ਕੋਲੇ ਅੱਜ ਦਾ ਪਹਿਲਾ ਪ੍ਰਸ਼ਨ ਹੈ, ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ? ਰੱਖੀ ਪੁੱਛਿਆ, ਰਖਵਾਈ ਨਹੀਂ ਪੁੱਛਿਆ। ਠੀਕ ਹੈ, ਕੁਐਸਚਨ ਨੂੰ ਇੱਕ ਤਾਂ ਚੰਗੀ ਤਰ੍ਹਾਂ ਪੜ੍ਹਨਾ ਔਰ ਸਮਝਣਾ, ਉਸ ਤੋਂ ਬਾਅਦ ਇਹਦਾ ਜਵਾਬ ਦੇਣਾ। A ਤੇ ਆਪਣੇ ਕੋਲੇ ਆਪਸ਼ਨ ਭਾਈ ਗੁਰਦਾਸ ਜੀ, B ਤੇ ਹੈ ਗੁਰੂ ਰਾਮਦਾਸ ਜੀ, C ਤੇ ਹੈ ਮੀਆਂ ਮੀਰ ਜੀ, ਔਰ D ਤੇ ਆਪਣੇ ਕੋਲੋਂ ਗੁਰੂ ਅਰਜਨ ਦੇਵ ਜੀ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਮੀਆਂ ਮੀਰ ਜੀ। ਇਹਨਾਂ ਨੇ ਨੀਂਹ ਰੱਖੀ ਸੀ। ਠੀਕ ਹੈ, ਜੇਕਰ ਇੱਥੇ ਪੁੱਛ ਲੈਂਦੇ ਰਖਵਾਈ ਕਿਸਨੇ ਸੀ, ਠੀਕ ਹੈ, ਰਖਵਾਈ ਪੁੱਛ ਲੈਂਦੇ ਆਪਣੇ ਕੋਲੋਂ, ਤਾਂ ਫਿਰ ਕੀ ਹੋ ਜਾਣਾ ਸੀਗਾ, ਆਪਣਾ ਜਵਾਬ ਹੈ ਜਿਹੜਾ ਗੁਰੂ ਅਰਜਨ ਦੇਵ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਧਿਆਨ 'ਚ ਰੱਖਣੀਆਂ। ਠੀਕ ਹੈ ਜੀ, ਹੁਣ ਆਪਾਂ ਗੱਲ ਕਰੀਏ ਰਖਵਾਈ ਦੀ। ਤਾਂ ਨੀਂਹ ਜਿਹੜੀ ਆ ਉਹ ਰਖਵਾਈ ਕਦੋਂ ਗਈ ਸੀ ਹਰਮੰਦਰ ਸਾਹਿਬ ਦੀ? 1599 ਈਸਵੀ ਦੇ ਵਿੱਚ। ਔਰ ਜੇਕਰ ਗੱਲ ਕਰੀਏ ਪੂਰਾ ਕਦੋਂ ਹੋ ਗਿਆ ਸੀਗਾ, ਮਤਲਬ ਕੰਪਲੀਟ ਜਿਹੜਾ ਕਦੋਂ ਕਰ ਲਿਆ ਗਿਆ ਸੀਗਾ, ਤਾਂ ਉਹ ਸੀ 1601 ਈਸਵੀ ਦੇ ਵਿੱਚ। ਇਸ ਤਰੀਕੇ ਦੇ ਨਾਲ ਦੇਖੋ, ਹੁਣ ਆਪਾਂ 4 ਫੈਕਟਾਂ ਨੂੰ ਸਮਝਿਆ। ਇੱਕ ਪ੍ਰਸ਼ਨ ਦੇ ਵਿੱਚ ਆਪਣੇ ਜਿਹੜੇ 4 ਫੈਕਟ ਨੇ ਉਹ ਕਲੀਅਰ ਹੋ ਗਏ। ਨੈਕਸਟ ਹੈ ਜੀ ਆਪਣੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, ਕਿਹੜੇ ਗੁਰੂ ਨੇ ਲੰਗਰ ਪ੍ਰਥਾ ਚਾਲੂ ਕੀਤੀ? ਲੰਗਰ ਪ੍ਰਥਾ ਪੁੱਛੀ ਜੀ ਆਪਣੇ ਕੋਲੋਂ। ਤਾਂ A ਤੇ ਆਪਣੇ ਕੋਲੇ ਆਪਸ਼ਨ ਅਮਰਦਾਸ ਜੀ, B ਤੇ ਗੁਰੂ ਗੋਬਿੰਦ ਸਿੰਘ ਜੀ, C ਤੇ ਗੁਰੂ ਅੰਗਦ ਦੇਵ ਜੀ, D ਤੇ ਗੁਰੂ ਅਰਜਨ ਦੇਵ ਜੀ। ਤਾਂ ਗੁਰੂ ਅੰਗਦ ਦੇਵ ਜੀ ਯਾਨੀ ਕਿ ਸਿੱਖਾਂ ਦੇ ਜਿਹੜੇ ਦੂਜੇ ਗੁਰੂ ਹੋਏ ਸਨ, ਉਹਨਾਂ ਨੇ ਲੰਗਰ ਪ੍ਰਥਾ ਦੀ ਜਿਹੜੀ ਆ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਪਹਿਲੇ ਗੁਰੂ ਸਨ ਗੁਰੂ ਨਾਨਕ ਦੇਵ ਜੀ, ਔਰ ਇਹਨਾਂ ਨੇ ਸੱਚਾ ਸੌਦਾ ਕਰਵਾਇਆ ਸੀ। ਠੀਕ ਹੈ, 20 ਰੁਪਏ ਦੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੱਤਾ ਸੀ, ਜਿਸ ਤੋਂ ਪ੍ਰਭਾਵਿਤ ਸਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੂੰ ਆਪਾਂ ਭਾਈ ਲਹਿਣਾ ਦੇ ਨਾਮ ਤੋਂ ਵੀ ਜਾਣਦੇ ਹਾਂ। ਤਾਂ ਇਹਨਾਂ ਨੇ ਹੀ ਕੀ ਕੀਤਾ, ਗੁਰੂ ਨਾਨਕ ਦੇਵ ਜੀ ਤੋਂ ਪ੍ਰਭਾਵਿਤ ਹੋ ਕੇ ਲੰਗਰ ਪ੍ਰਥਾ ਜਿਹੜੀ ਆ ਚਾਲੂ ਕੀਤੀ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ, ਆਹਲੂਵਾਲੀਆ ਮਿਸਲ ਦੇ ਸੰਸਥਾਪਕ ਦਾ ਨਾਮ ਦੱਸੋ। ਆਹਲੂਵਾਲੀਆ ਮਿਸਲ ਦੇ ਸੰਸਥਾਪਕ ਪੁੱਛੇ ਆ। A ਤੇ ਆਪਸ਼ਨ ਹੈ ਹਰੀ ਸਿੰਘ, B ਤੇ ਹੈ ਨਵਾਬ ਕਪੂਰ ਸਿੰਘ, C ਤੇ ਹੈ ਜੱਸਾ ਸਿੰਘ ਰਾਮਗੜੀਆ, ਤੇ D ਤੇ ਆਪਣੇ ਕੋਲੇ ਨਵਾਬ ਜੱਸਾ ਸਿੰਘ। ਦੇਖੋ, ਜੇ ਮੈਂ ਇੱਥੇ ਇੱਕ ਦੇ ਵੀ ਨਾਂ ਦੇ ਪਿੱਛੇ ਆਹਲੂਵਾਲੀਆ ਲਾ ਦਿੰਦਾ, ਤੁਸੀਂ ਕਹਿਣਾ ਸੀ ਉਹੀ ਆਨਸਰ ਹੈ, ਇਸ ਕਰਕੇ ਨਹੀਂ ਲਾਇਆ ਜੀ ਆਹਲੂਵਾਲੀਆ। ਠੀਕ ਆ, ਇਹ ਤੁਸੀਂ ਆਪੇ ਗੈਸ ਕਰੋ। ਬਹੁਤ ਵਧੀਆ ਜੀ, ਜਿਹੜੇ ਵਿਦਿਆਰਥੀ ਕਮੈਂਟ ਕਰ ਰਹੇ ਨੇ, ਹਾਂਜੀ D ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਨਵਾਬ ਜੱਸਾ ਸਿੰਘ ਆਹਲੂਵਾਲੀਆ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ 4 ਨੰਬਰ ਪ੍ਰਸ਼ਨ ਹੈ, ਪਵਿੱਤਰ ਗੁਰੂ ਗ੍ਰੰਥ ਸਾਹਿਬ ਕਦੋਂ ਸੰਕਲਿਤ ਕੀਤੇ ਗਏ? ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਕਦੋਂ ਸੰਕਲਿਤ ਕੀਤੇ ਗਏ? A ਤੇ ਆਪਣੇ ਕੋਲੇ ਆਪਸ਼ਨ 1675 ਈਸਵੀ, B ਤੇ ਆਪਣੇ ਕੋਲੇ 1696 ਈਸਵੀ, C ਤੇ 1606 ਈਸਵੀ, ਔਰ D ਤੇ 1604 ਈਸਵੀ। ਤਾਂ 1604 ਈਸਵੀ ਦੇ ਵਿੱਚ ਹੀ ਆਪਾਂ ਕਵਾਂਗੇ ਗੁਰੂ
ਗ੍ਰੰਥ ਸਾਹਿਬ ਜੀ ਜਿਹੜੇ ਸੀਗੇ ਸੰਕਲਿਤ ਕੀਤੇ ਗਏ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ, ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ? ਦੇਖੋ ਜੀ, ਪਹਿਲਾਂ ਤਾਂ ਆਪਾਂ ਗੱਲ ਕਰ ਲਈਏ, ਬਾਉਲੀ ਸਾਹਿਬ ਹੈ ਜਿਹੜਾ 84 ਪੌੜੀਆਂ ਨੀਚੇ ਜਾ ਕੇ ਬਣਿਆ ਹੋਇਆ ਹੈ। ਠੀਕ ਹੈ, 84 ਪੌੜੀਆਂ। ਔਰ ਇਹ ਬਣਵਾਇਆ ਕਿਹੜੇ ਗੁਰੂ ਜੀ ਦੁਆਰਾ ਗਿਆ ਸੀ? ਆਪਣੇ ਕੋਲੇ ਆਪਸ਼ਨਾਂ ਨੇ, ਭਾਈ ਗੁਰਦਾਸ ਜੀ, ਬੀ ਤੇ ਹੈ ਗੁਰੂ ਅੰਗਦ ਦੇਵ ਜੀ, ਸੀ ਤੇ ਹੈ ਗੁਰੂ ਅਮਰਦਾਸ ਜੀ, ਔਰ ਡੀ ਤੇ ਆਪਣੇ ਕੋਲੇ ਗੁਰੂ ਅਰਜਨ ਦੇਵ ਜੀ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਆਪਣੀ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਨੇ ਹੀ ਗੋਇੰਦਵਾਲ ਵਿਖੇ ਕੀ ਸੀ? ਬਾਉਲੀ ਦਾ ਨਿਰਮਾਣ ਕਰਵਾਇਆ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ, ਹਰਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ? ਯਾਨੀ ਕਿ ਪਾਠ ਕਰਨ ਵਾਲੇ ਪਹਿਲੇ ਕੌਣ ਸਨ? ਏ ਤੇ ਆਪਸ਼ਨ ਆਪਣੇ ਕੋਲੇ ਭਾਈ ਮਣੀ ਸਿੰਘ ਜੀ, ਬੀ ਤੇ ਹੈ ਭਾਈ ਬਾਬਾ ਖੜਕ ਸਿੰਘ ਜੀ, ਸੀ ਤੇ ਹੈ ਭਾਈ ਤਾਰਾ ਸਿੰਘ ਜੀ, ਡੀ ਤੇ ਆਪਣੇ ਕੋਲੇ ਬਾਬਾ ਬੁੱਢਾ ਜੀ। ਤਾਂ ਬਾਬਾ ਬੁੱਢਾ ਜੀ ਜਿਹੜੀ ਆਪਸ਼ਨ ਆ ਰਾਈਟ ਹੋ ਜਾਏਗੀ। ਡੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਬਾਬਾ ਬੁੱਢਾ ਜੀ ਹੀ ਪਹਿਲੇ ਗ੍ਰੰਥੀ ਸਨ ਹਰਮੰਦਰ ਸਾਹਿਬ ਦੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ ਸੀ? ਸੰਕਲਨ ਪੁੱਛਿਆ ਜੀ ਇੱਥੇ। ਠੀਕ ਹੈ ਜੀ, ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਗੁਰੂ ਹਰਗੋਬਿੰਦ ਜੀ ਨੇ, ਬੀ ਤੇ ਹੈ ਗੁਰੂ ਅਰਜਨ ਦੇਵ ਜੀ ਨੇ, ਸੀ ਤੇ ਹੈ ਭਾਈ ਗੁਰਦਾਸ ਜੀ ਨੇ, ਡੀ ਤੇ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ ਜੀ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਸੀਗਾ, ਹੁਣ ਵੀ ਕਿਹਾ ਜਾਂਦਾ। ਔਰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ? 116 ਸ਼ਬਦ ਹੈ ਜਿਹੜੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ, ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਕਲਿਤ ਕਰਵਾਏ ਸਨ ਇਸ ਤਰੀਕੇ ਦੇ ਨਾਲ। ਵਿਦਿਆਰਥੀ ਸਾਥੀਓ ਅੱਗੇ ਵਧਦੇ ਹਾਂ ਜੀ। ਅੱਗੇ ਹੈ ਸਾਡੇ ਕੋਲੇ ਅੱਜ ਦਾ, ਔਰ ਇੱਕ ਮੈਂ ਹੋਰ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਈਸਵੀ ਦੇ ਵਿੱਚ ਕਰਵਾਏ ਸਨ? ਤਾਂ ਉਹ ਸੀਗੀ ਜੀ 1706 ਈਸਵੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ, ਪਹਿਲਾ ਅੰਗਰੇਜ਼ ਸਿੱਖ ਯੁੱਧ ਕਦੋਂ ਹੋਇਆ? ਐਂਗਲੋ ਸਿੱਖ ਵਾਰ, ਫਸਟ ਐਂਗਲੋ ਸਿੱਖ ਵਾਰ ਪੁੱਛੀ ਇੱਥੇ ਆਪਣੇ ਕੋਲੋਂ। ਏ ਤੇ ਆਪਸ਼ਨ ਹੈ 1845 ਤੋਂ 46, ਬੀ ਤੇ 1852 ਤੋਂ 56, ਸੀ ਤੇ 1839 ਤੋਂ 1842, ਤੇ ਡੀ ਤੇ ਆਪਣੇ ਕੋਲੇ 1775 ਤੋਂ 1782। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਆਪਣੀ ਏ, 1845 ਤੋਂ 1846 ਈਸਵੀ ਦੇ ਵਿੱਚ ਪਹਿਲਾ ਐਂਗਲੋ ਸਿੱਖ ਵਾਰ ਹੋਇਆ ਸੀ। ਅੱਗੇ ਹੈ ਜੀ, ਕਿਸ ਸਿੱਖ ਦਾ ਉਸ ਸਿੱਖ ਦਾ ਨਾਮ ਦੱਸੋ ਜਿਸ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਅਪਣਾਇਆ ਸੀ? ਯਾਨੀ ਕਿ 2 ਤਲਵਾਰਾਂ ਧਾਰਨ ਕੀਤੀਆਂ ਸੀ, ਮੀਰੀ ਤੇ ਪੀਰੀ। ਹੁਣ ਆਪਾਂ ਗੱਲ ਕਰ ਲਈਏ, ਜਿਹੜੀ ਮੀਰੀ ਸੀ ਤਾਂ ਉਹ ਕੀ ਸੀ? ਸਮਾਜਿਕਤਾ ਦਾ ਪ੍ਰਤੀਕ ਸੀ, ਸਮਾਜਿਕਤਾ। ਠੀਕ ਹੈ ਜੀ, ਜਾਂ ਆਪਾਂ ਦੁਨਿਆਵੀ ਕਹਿ ਲਈਏ। ਔਰ ਜੋ ਪੀਰੀ ਸੀ, ਠੀਕ ਹੈ, ਪੀਰੀ, ਤਾਂ ਉਹ ਕਾਹਦੀ ਸੀ? ਪ੍ਰਤੀਕ ਅਧਿਆਤਮਿਕ। ਠੀਕ ਹੈ ਜੀ, ਯਾਨੀ ਕਿ ਸਪਿਰਚੁਅਲ ਆਪਾਂ ਕਵਾਂਗੇ। ਤਾਂ ਇਹ 2 ਤਲਵਾਰਾਂ ਜਿਹੜੀਆਂ ਨੇ ਧਾਰਨ ਕੀਤੀਆਂ ਸੀ, ਉਹ ਕਿਹੜੇ ਸਿੱਖ ਗੁਰੂ ਦੇ ਦੁਆਰਾ ਕੀਤੀਆਂ ਗਈਆਂ? ਏ ਤੇ ਆਪਣੇ ਕੋਲੇ ਆਪਸ਼ਨ ਗੁਰੂ ਹਰ ਰਾਏ ਜੀ, ਬੀ ਤੇ ਆ ਗੁਰੂ ਤੇਗ ਬਹਾਦਰ ਜੀ, ਸੀ ਤੇ ਆ ਗੁਰੂ ਗੋਬਿੰਦ ਸਿੰਘ ਜੀ, ਡੀ ਤੇ ਆਪਣੇ ਕੋਲੇ ਗੁਰੂ ਹਰਗੋਬਿੰਦ ਜੀ। ਤਾਂ ਆਪਣੇ ਕੋਲੇ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਗੁਰੂ ਹਰਗੋਬਿੰਦ ਜੀ। ਡੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ, ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ਸੀ? ਇਹ ਪੁੱਛਿਆ ਜੀ ਆਪਣੇ ਕੋਲੋਂ। ਦੇਖੋ ਪਹਿਲਾਂ ਤਾਂ ਅੰਮ੍ਰਿਤਸਰ ਦਾ ਮੁੱਢਲਾ ਨਾਮ ਵੀ ਯਾਦ ਰੱਖਣਾ, ਤਾਂ ਉਹ ਕੀ ਸੀਗਾ? ਗੁਰੂ ਕਾ ਚੱਕ, ਗੁਰੂ ਕਾ ਚੱਕ। ਔਰ ਜਾ ਯਾਦ ਰੱਖਿਓ ਰਾਮਦਾਸਪੁਰਾ, ਇਹ ਵੀ ਪੁੱਛ ਸਕਦੇ ਆ ਰਾਮਦਾਸਪੁਰਾ ਕਿਸ ਨੇ ਵਸਾਇਆ ਸੀ? ਠੀਕ ਹੈ ਜੀ, ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਸ਼ਾਹਜਹਾਂ ਨੇ, ਬੀ ਤੇ ਆ ਗੁਰੂ ਅਰਜਨ ਦੇਵ ਜੀ ਨੇ, ਸੀ ਤੇ ਆ ਮੀਆਂ ਮਾਰ ਨੇ, ਮੀਆਂ ਮੀਰ ਸੀਗੇ ਜੋ ਪਹਿਲੇ ਕੀ ਸੀਗੇ ਆਪਣੇ ਕੋਲੋਂ ਹਰਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ। ਪਰ ਅੰਮ੍ਰਿਤਸਰ ਦੇ ਆਪਣੇ ਕੋਲ ਪੁੱਛਿਆ ਇੱਥੇ ਸ਼ਹਿਰ ਕਿਸ ਨੇ ਵਸਾਇਆ ਸੀ? ਤਾਂ ਮੀਆਂ ਮੀਰ ਆਪਸ਼ਨ ਜਿਹੜੀ ਗਲਤ ਹੋ ਜਾਏਗੀ, ਸ਼ਾਹਜਹਾਂ ਵੀ ਗਲਤ ਹੋ ਜਾਏਗੀ। ਦੇਖੋ 2 ਆਪਸ਼ਨਾਂ ਰਹਿ ਗਈਆਂ, ਇਹਨਾਂ ਦੇ ਵਿੱਚੋਂ ਦੇਖੋ ਕਿਹੜੀ ਰਾਈਟ ਹੋਏਗੀ। ਤਾਂ ਡੀ ਤੇ ਆ ਗੁਰੂ ਰਾਮਦਾਸ ਜੀ।
ਤਾਂ ਗੁਰੂ ਰਾਮਦਾਸ ਜੀ ਜਿਹੜਾ ਆਨਸਰ ਬਿਲਕੁਲ ਸਹੀ ਹੋ ਜਾਏਗਾ। ਵਿਦਿਆਰਥੀ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ, ਜਦੋਂ ਤੁਸੀਂ ਆਪਸ਼ਨਾਂ ਦੇਖਦੇ ਹੋ ਨਾ 4, ਤਾਂ 2 ਆਪਸ਼ਨਾਂ ਤਾਂ ਤੁਹਾਡੇ ਮਾਈਂਡ ਦੇ ਵਿੱਚ ਹੁੰਦੀਆਂ ਨੇ ਕਿ ਇਹ 2 ਤਾਂ ਗਲਤ ਨੇ ਪੱਕਾ, ਤਾਂ ਉਹਨਾਂ ਨੂੰ ਪਹਿਲਾਂ ਹੀ ਰਾਉਂਡ ਲਾ ਦੇਣਾ। ਉਸ ਤੋਂ ਬਾਅਦ ਜਿਹੜੀਆਂ 2 ਨੇ ਜੱਜਮੈਂਟ ਦੇ ਅਕੋਰਡਿੰਗ ਜਿਹੜਾ ਆਉਂਦਾ ਆਨਸਰ ਦੇ ਦੇਣਾ, ਜੇਕਰ ਤੁਹਾਨੂੰ ਨਹੀਂ ਆਉਂਦਾ ਤਾਂ, ਔਰ ਜੇਕਰ ਆਉਂਦਾ ਤਾਂ ਸਿੱਧਾ ਜਾ ਕੇ ਉਹੀ ਆਨਸਰ ਦੇਣਾ ਜੋ ਇਹਦਾ ਕਰੈਕਟ ਆਨਸਰ ਹੈ। ਅੱਗੇ ਜੀ ਆਪਣੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਇਨਕਲਾਬ ਜਿੰਦਾਬਾਦ ਦਾ ਨਾਰਾ ਸਭ ਤੋਂ ਪਹਿਲਾਂ ਬੁਲੰਦ ਕੀਤਾ ਕਿਸ ਨੇ ਦਿੱਤਾ ਸੀਗਾ ਜੀ? ਤਾਂ A ਤੇ ਆਪਸ਼ਨ ਆਪਣੇ ਕੋਲੇ ਚੰਦਰ ਸ਼ੇਖਰ ਆਜ਼ਾਦ, B ਤੇ ਆ ਭਗਤ ਸਿੰਘ, C ਤੇ ਆ ਵੀਰ ਸਾਵਰਕਰ, ਔਰ D ਤੇ ਆ ਲੋਕਮਾਨਿਆ ਤਿਲਕ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਭਗਤ ਸਿੰਘ, ਠੀਕ ਹੈ। ਔਰ ਭਗਤ ਸਿੰਘ ਜੀ ਨੂੰ ਹੋਰ ਕੀ ਕਹਿ ਕੇ ਬੁਲਾਇਆ ਜਾਂਦਾ ਸੀ? ਸ਼ਹੀਦ ਏ ਆਜ਼ਮ, ਠੀਕ ਹੈ, ਸ਼ਹੀਦ ਏ ਆਜ਼ਮ ਆਪਾਂ ਬੋਲ ਦਿੰਦੇ ਆ। ਤਾਂ ਕਈ ਵਾਰੀ ਇਹ ਵੀ ਆਪਸ਼ਨ ਆਪਣੇ ਕੋਲੇ ਪਈ ਹੋ ਸਕਦੀ ਹੈ ਭਗਤ ਸਿੰਘ ਦੀ ਜਗ੍ਹਾ ਤੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ, ਦਿੱਲੀ ਚਲੋ ਨਾਰਾ ਸੀ, ਦਿੱਲੀ ਚਲੋ ਨਾਰਾ ਕਿਹਨਾਂ ਦਾ ਸੀਗਾ? ਤਾਂ A ਤੇ ਆਪਸ਼ਨ ਹੈ ਆਜ਼ਾਦ ਹਿੰਦ ਫੌਜ ਯਾਨੀ ਕਿ INA, B ਤੇ ਆਪਣੇ ਕੋਲੇ ਭਾਰਤ ਛੱਡੋ ਅੰਦੋਲਨ ਦਾ, C ਤੇ ਹੈ ਸਰਬ ਭਾਰਤੀ ਪ੍ਰਾਂਤਿਕ ਜਨ ਕਾਨਫਰੰਸ ਦਾ, D ਤੇ ਹੈ ਹਿੰਦੁਸਤਾਨ ਲੋਕ ਰਾਜ ਸੰਸਥਾ ਦਾ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗਾ ਜੀ ਆਪਣੇ ਕੋਲੇ? ਆਜ਼ਾਦ ਹਿੰਦ ਫੌਜ ਦਾ। ਆਜ਼ਾਦ ਹਿੰਦ ਫੌਜ ਦਾ ਗਠਨ ਜਿਹੜਾ ਕਦੋਂ ਕੀਤਾ ਗਿਆ ਸੀ? 1942 ਦੇ ਵਿੱਚ। ਕਿਹਦੇ ਦੁਆਰਾ ਕੀਤਾ ਗਿਆ? ਕੈਪਟਨ ਮੋਹਨ ਸਿੰਘ ਜੀ ਦੁਆਰਾ। ਜੇਕਰ ਪੁੱਛ ਲੈਣਾ ਕਿੱਥੇ ਕੀਤਾ ਗਿਆ ਤਾਂ ਉਹ ਆਪਸ਼ਨ ਕੀ ਹੋ ਜਾਏਗੀ ਸਹੀ ਆਪਣੇ ਕੋਲੇ? ਸਿੰਗਾਪੁਰ, ਠੀਕ ਹੈ, ਸਿੰਗਾਪੁਰ ਦੇ ਵਿੱਚ। ਔਰ ਬਾਅਦ ਦੇ ਵਿੱਚ ਆਈ ਸੀ ਸੁਭਾਸ਼ ਚੰਦਰ ਬੋਸ ਜੀ, ਇੱਧਰ ਸੈਨਾਪਤੀ ਰਹੇ ਸਨ। ਅੱਗੇ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਇਹ ਗੱਲ ਜਾਂ ਆਪਾਂ ਕਹੀਏ ਨਾਰਾ ਕਿਸ ਨੇ ਦਿੱਤਾ ਸੀਗਾ? ਤਾਂ A ਤੇ ਆਪਸ਼ਨ ਹੈ ਭਗਤ ਸਿੰਘ, B ਤੇ ਹੈ ਸੁਭਾਸ਼ ਚੰਦਰ ਬੋਸ ਜੀ, C ਤੇ ਹੈ ਜਵਾਹਰ ਲਾਲ ਨਹਿਰੂ, ਤੇ D ਤੇ ਹੈ ਚੰਦਰ ਸ਼ੇਖਰ ਆਜ਼ਾਦ ਜੀ ਨੇ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ? ਸੁਭਾਸ਼ ਚੰਦਰ ਬੋਸ ਜੀ। ਤਾਂ 1943 ਦੇ ਵਿੱਚ ਇਹਨਾਂ ਨੂੰ ਕੀ ਹੈ? ਸੈਨਾਪਤੀ ਲਾਇਆ ਜਾਂਦਾ ਆਜ਼ਾਦ ਹਿੰਦ ਫੌਜ ਦੇ, ਠੀਕ ਆ। ਔਰ ਜੇਕਰ ਗੱਲ ਕਰੀਏ ਹੁਣ ਆਪਾਂ ਇੰਗਲਿਸ਼ ਦੇ ਵਿੱਚ ਇਹਨੂੰ ਕਿਹਾ ਜਾਂਦਾ ਇੰਡੀਅਨ ਨੈਸ਼ਨਲ ਆਰਮੀ। ਔਰ ਕਦੋਂ ਲਾਇਆ ਗਿਆ ਸੀ ਸੈਨਾਪਤੀ? ਤਾਂ ਉਹ ਸੀਗੇ ਜੀ 1943 ਈਸਵੀ ਦੇ ਵਿੱਚ। ਅੱਗੇ ਜੀ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਇਹ ਗੱਲ ਕਿਹਨੇ ਕਹੀ ਸੀਗੀ? ਤਾਂ A ਤੇ ਆਪਣੇ ਕੋਲੇ ਆਪਸ਼ਨ ਬਾਲ ਗੰਗਾਧਰ ਤਿਲਕ, B ਤੇ ਹੈ ਸੁਭਾਸ਼ ਚੰਦਰ ਬੋਸ ਜੀ, C ਤੇ ਹੈ ਮਹਾਤਮਾ ਗਾਂਧੀ ਜੀ, D ਤੇ ਹੈ ਡਾਕਟਰ ਰਾਜਿੰਦਰ ਪ੍ਰਸਾਦ ਜੀ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਬਾਲ ਗੰਗਾਧਰ ਤਿਲਕ ਨੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, 2 ਰਾਸ਼ਟਰੀ ਨੇਤਾਵਾਂ ਨੇ ਦਸੰਬਰ 1922 ਵਿੱਚ ਕਾਂਗਰਸ ਖਿਲਾਫਤ ਸਵਰਾਜ ਪਾਰਟੀ ਬਣਾਈ, ਜਿਨ੍ਹਾਂ ਵਿੱਚੋਂ ਇੱਕ ਨੇਤਾ ਕੌਣ ਸਨ? ਚਿਤਰੰਜਨ ਦਾਸ, ਜਿਨ੍ਹਾਂ ਨੂੰ ਆਪਾਂ CR ਦਾਸ ਵੀ ਬੋਲਦੇ ਹਾਂ। ਤੇ ਦੂਜੇ ਨੇਤਾ ਆਪਣੇ ਕੋਲ ਪੁੱਛਿਆ ਕੌਣ ਸਨ? ਤਾਂ ਦੂਜੇ ਨੇਤਾ ਸੋਚੋ ਜੀ ਇਹਨਾਂ ਚੋਂ ਕਿਹੜਾ ਆਪਸ਼ਨ ਜਿਹੜਾ ਉਹ ਸਹੀ ਹੋ ਜਾਏਗਾ? A ਤੇ ਆਪਸ਼ਨ ਆਪਣੇ ਕੋਲੇ ਮੋਤੀ ਲਾਲ ਨਹਿਰੂ, B ਤੇ ਨਰਿੰਦਰ ਦੇਵ, C ਤੇ ਲਾਲਾ ਲਾਜਪਤ ਰਾਏ, ਤੇ D ਤੇ ਮਦਨ ਮੋਹਨ ਮਾਲਵੀਆ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ? ਮੋਤੀ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਦੇ ਪਿਤਾ ਜੀ ਸਨ, ਜਿਨ੍ਹਾਂ ਵੱਲੋਂ ਕੀ ਸੀ? ਕਾਂਗਰਸ ਖਿਲਾਫਤ ਸਵਰਾਜ ਪਾਰਟੀ ਬਣਾਈ ਗਈ ਸੀ 1922 ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ, ਅਮਰੀਕਾ ਵਿੱਚ ਗਦਰ ਪਾਰਟੀ ਦਾ ਸੰਸਥਾਪਕ ਕੌਣ ਸੀ? ਦੇਖੋ ਜੀ, ਸੰਸਥਾਪਕ ਪੁੱਛਿਆ ਆਪਣੇ ਕੋਲੋਂ, ਪ੍ਰਧਾਨ ਨਹੀਂ ਪੁੱਛਿਆ, ਭੁਲੇਖਾ ਨਹੀਂ ਖਾ ਜਾਣਾ। ਤਾਂ A ਤੇ ਆਪਸ਼ਨ ਆਪਣੇ ਕੋਲੇ ਭਾਈ ਪਰਮਾਨੰਦ ਜੀ, B ਤੇ ਬਾਬਾ ਗੁਰਮੁਖ ਸਿੰਘ ਜੀ, C ਤੇ ਲਾਲਾ ਹਰਦਿਆਲ ਜੀ, ਔਰ D ਤੇ ਕੋਈ ਨਹੀਂ। ਤਾਂ ਦੇਖੋ ਰਾਈਟ ਆਪਸ਼ਨ ਕੀ ਹੋ ਜਾਏਗੀ? ਲਾਲਾ ਹਰਦਿਆਲ ਜੀ ਜਿਹੜੇ ਸੰਸਥਾਪਕ ਸਨ। ਜੇਕਰ ਪੁੱਛ ਲੈਂਦਾ ਪ੍ਰਧਾਨ ਕੌਣ ਸੀ, ਤਾਂ ਉਹ ਕੌਣ ਸਨ? ਸੋਹਣ ਸਿੰਘ ਪੱਕਣਾ, ਠੀਕ ਹੈ ਜੀ। 1913 ਦੇ ਲਗਭਗ ਦੀ ਇਹ ਗੱਲ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਬ੍ਰਿਟੇਨ ਸਰਕਾਰ ਨੇ ਭਾਰਤ ਨੂੰ ਉਪਨਿਵੇਸ਼ ਦੀ ਹੈਸੀਅਤ ਯਾਨੀ ਕਿ ਡੋਮੀਨੀਅਨ ਸਟੇਟ ਕਦੋਂ ਕੀਤਾ ਸੀ? ਤਾਂ A ਤੇ ਆਪਸ਼ਨ ਆਪਣੇ ਕੋਲੇ 1935 ਈਸਵੀ ਵਿੱਚ, B ਤੇ 1932 ਈਸਵੀ ਦੇ ਵਿੱਚ, C ਤੇ ਆਪਣੇ ਕੋਲੇ 1929 ਈਸਵੀ ਦੇ ਵਿੱਚ, ਔਰ D ਤੇ 1933
22 ਈਸਵੀ ਦੇ ਵਿੱਚ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ 1935 ਈਸਵੀ ਦੇ ਵਿੱਚ। ਵਿਦਿਆਰਥੀ ਸਾਥੀਓ, ਕੁੱਬਲ ਲਰਨੋਲੋਜੀ ਫ੍ਰੀ ਐਜੂਕੇਸ਼ਨ ਚੈਨਲ ਇੱਕ ਇੱਕ ਚੀਜ਼ ਜਿਹੜੀ ਹੈ ਡੈਪਥ ਦੇ ਨਾਲ ਸਮਝਾਉਂਦਾ ਹੈ ਤਾਂ ਕਿ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਔਰ ਤੁਸੀਂ ਅੱਛੇ ਤਰੀਕੇ ਦੇ ਨਾਲ ਆਪਣਾ ਪੇਪਰ ਦੇ ਪ੍ਰਸ਼ਨ ਹੈ ਜਿਹੜੇ ਸੋਲਵ ਕਰ ਲਓ। ਇਸ ਲਈ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਨੂੰ ਵੀ ਜਿਹੜਾ ਐਪਰੀਸ਼ੀਏਟ ਮਿਲ ਸਕੇ ਔਰ ਸਾਡਾ ਵੀ ਹੌਸਲਾ ਵੱਧ ਸਕੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲ ਅੱਜ ਦਾ 18 ਨੰਬਰ ਪ੍ਰਸ਼ਨ ਹੈ। ਬ੍ਰਿਟੇਨ ਸਰਕਾਰ ਨੇ ਲੰਡਨ ਵਿੱਚ ਪਹਿਲੀ ਗੋਲ ਮੇਜ਼ ਕਾਨਫਰੰਸ ਬੁਲਾਈ ਸੀ। ਠੀਕ ਹੈ, ਕਿਸ ਲਈ ਬੁਲਾਈ ਸੀ ਆਪਾਂ ਇਹ ਪੁੱਛਾਂਗੇ। ਏ ਤੇ ਆਪਸ਼ਨ ਹੈ ਸਾਈਮਨ ਕਮਿਸ਼ਨ ਰਿਪੋਰਟ ਤੇ ਵਿਚਾਰ ਕਰਨ ਲਈ, ਬੀ ਤੇ ਹੈ ਗਾਂਧੀ ਜੀ ਨਾਲ ਸਮਝੌਤੇ ਤੇ ਦਸਤਖਤ ਕਰਨ ਲਈ, ਸੀ ਤੇ ਹੈ ਦੇਸ਼ ਦੀ ਵੰਡ ਬਾਰੇ ਅੰਤਿਮ ਫੈਸਲਾ ਕਰਨ ਲਈ, ਔਰ ਡੀ ਤੇ ਆਪਣੇ ਕੋਲੇ ਨਹਿਰੂ ਰਿਪੋਰਟ ਤੇ ਵਿਚਾਰ ਕਰਨ ਲਈ। ਦੇਖੋ ਸੋਚੋ ਕੀ ਹੋਏਗਾ। ਇਹਦਾ ਰਾਈਟ ਆਪਸ਼ਨ ਹੋ ਜਾਏਗਾ ਜੀ ਏ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਏ ਵਾਲੀ। ਠੀਕ ਹੈ ਜੀ, ਏ ਆਪਸ਼ਨ। ਸਾਈਮਨ ਕਮਿਸ਼ਨ ਜਿਹੜਾ ਸੀਗਾ ਭਾਰਤ ਆਇਆ ਸੀ 1928 ਦੇ ਵਿੱਚ, 1928 ਚ, ਔਰ 1930 ਦੇ ਵਿੱਚ ਜਾ ਕੇ ਇਹਨੇ ਰਿਪੋਰਟ ਸੌਂਪ ਦਿੱਤੀ ਸੀਗੀ। ਠੀਕ ਹੈ, ਲੰਡਨ ਚ ਬ੍ਰਿਟੇਨ ਸਰਕਾਰ ਨੂੰ। ਔਰ ਇਹੀ ਕੰਮਾਂ ਦਾ ਜਿਹੜੇ ਕੰਮ ਇੱਥੇ ਕਰਕੇ ਗਏ, ਜਿਹੜੀ ਰਿਪੋਰਟ ਲੈ ਕੇ ਗਏ, ਉਹਨਾਂ ਦੇ ਵਾਸਤੇ ਆਰਟੀਸੀ ਬੁਲਾਈ ਗਈ ਸੀ, ਰਾਉਂਡ ਟੇਬਲ ਕਾਨਫਰੰਸ। ਠੀਕ ਹੈ, ਇਸ ਦੀ ਰਿਪੋਰਟ ਤੇ ਵਿਚਾਰ ਕਰਨ ਵਾਸਤੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ। ਆਜ਼ਾਦੀ ਦੀ ਲੜਾਈ ਕਿਹੜੇ ਦੀ ਘਟਨਾ 18 ਫਰਵਰੀ 1946 ਨੂੰ ਸ਼ੁਰੂ ਹੋਈ। ਤਾਂ ਘਟਨਾ ਪੁੱਛੀ ਆਪਣੇ ਕੋਲੋਂ, ਕਿਹੜੀ ਘਟਨਾ ਸ਼ੁਰੂ ਹੋਈ ਸੀ। ਤਾਂ ਏ ਤੇ ਆਪਸ਼ਨ ਹੈ ਜਲ ਸੈਨਾ ਬਗਾਵਤ, ਬੀ ਤੇ ਹੈ ਚਿੱਤਗੋਗ ਹਥਿਆਰ ਭੰਡਾਰ ਤੇ ਹਮਲਾ, ਸੀ ਤੇ ਅਸਹਿਯੋਗ ਅੰਦੋਲਨ, ਤੇ ਡੀ ਤੇ ਹੈ ਗਦਰ ਅੰਦੋਲਨ। ਤਾਂ ਰਾਈਟ ਆਪਸ਼ਨ ਆਪਣੇ ਕੋਲੋਂ ਕੀ ਹੋ ਜਾਏਗੀ ਜੀ, ਇਹ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਜਲ ਸੈਨਾ ਬਗਾਵਤ ਜਿਹੜੀ ਆ ਪਹਿਲੀ ਘਟਨਾ ਹੋਈ ਸੀ 18 ਫਰਵਰੀ 1946 ਈਸਵੀ ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ। ਕਿਸ ਨੇ 1942 ਦੇ ਕ੍ਰਿਪਸ ਮਿਸ਼ਨ ਦੀਆਂ ਸਲਾਹਾਂ ਨੂੰ ਡੁੱਬਦੇ ਬੈਂਕ ਦਾ ਬਾਅਦ ਦੀ ਮਿਤੀ ਦਾ ਚੈੱਕ ਦੱਸਿਆ, ਯਾਨੀ ਕਿ ਆਊਟਡੇਟਡ ਚੈੱਕ। ਠੀਕ ਹੈ, ਆਊਟਡੇਟਡ ਜਾਂ ਪੋਸਟ ਡੇਟਡ ਚੈੱਕ ਕਿਹਾ ਸੀ। ਠੀਕ ਹੈ, ਤਾਂ ਪੋਸਟ ਡੇਟਡ ਚੈੱਕ ਜਾਂ ਡੁੱਬਦੇ ਬੈਂਕ ਦਾ ਬਾਅਦ ਦੀ ਮਿਤੀ ਦਾ ਚੈੱਕ ਇਹ ਕੱਲ ਕਿੰਨੇ ਗਈ ਸੀਗੀ ਕ੍ਰਿਪਸ ਮਿਸ਼ਨ ਦੀਆਂ ਜਿਹੜੀਆਂ ਸੀ ਸਲਾਹਾਂ ਨੂੰ। ਠੀਕ ਹੈ, ਐਡਵਾਈਜ਼ਰੀ ਸੀਗੀ ਉਹਦੀ। ਤਾਂ ਏ ਤੇ ਆਪਸ਼ਨ ਆਪਣੇ ਕੋਲੇ ਮੁਹੰਮਦ ਅਲੀ ਜਿਨਾ, ਬੀ ਤੇ ਹੈ ਸਰਦਾਰ ਪਟੇਲ, ਸੀ ਤੇ ਹੈ ਮਹਾਤਮਾ ਗਾਂਧੀ, ਡੀ ਤੇ ਹੈ ਜਵਾਹਰ ਲਾਲ ਨਹਿਰੂ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ ਆਪਣੇ ਕੋਲੇ, ਸੀ ਆਪਸ਼ਨ ਜਿਹੜੀ ਹੈ ਮਹਾਤਮਾ ਗਾਂਧੀ ਜੀ ਸੀ ਜਿਨ੍ਹਾਂ ਨੇ ਕ੍ਰਿਪਸ ਮਿਸ਼ਨ ਦੀਆਂ ਸਲਾਹਾਂ ਨੂੰ ਕੀ ਕਿਹਾ ਸੀ ਕਿ ਇਹ ਪੋਸਟ ਡੇਟਡ ਚੈੱਕ ਹੈ। ਅੱਗੇ ਹੈ ਜੀ ਭਾਰਤ ਦਾ ਪਹਿਲਾ ਗਵਰਨਰ ਜਨਰਲ। ਪਹਿਲਾ ਗਵਰਨਰ ਪੁੱਛਿਆ, ਆਜ਼ਾਦ ਭਾਰਤ ਦਾ ਨਹੀਂ, ਇਕੱਲੇ ਭਾਰਤ ਦਾ ਪੁੱਛਿਆ। ਤਾਂ ਏ ਤੇ ਆਪਸ਼ਨ ਆਪਣੇ ਕੋਲੇ ਵਾਰਨ ਹੈਸਟਿੰਗਸ, ਬੀ ਤੇ ਹੈ ਵਿਲੀਅਮ ਬੈਂਟਿਕ, ਸੀ ਤੇ ਹੈ ਲਾਰਡ ਕਾਰਨਵਾਲਿਸ, ਔਰ ਡੀ ਤੇ ਹੈ ਲਾਰਡ ਮਿੰਟੋ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ ਜੀ ਵਿਲੀਅਮ ਬੈਂਟਿਕ। ਦੇਖੋ ਇਹੀ ਇਨਸਾਨ ਸੀ ਜਿਹਨੇ 1829 ਈਸਵੀ ਦੇ ਵਿੱਚ ਸਤੀ ਪ੍ਰਥਾ ਬੈਨ ਕਰ ਦਿੱਤੀ ਸੀ। ਠੀਕ ਹੈ ਜੀ, ਫਿਰ ਇਹਨੇ ਕੀ ਕੀਤਾ 1835 ਦੇ ਵਿੱਚ ਕਲਕੱਤੇ ਵਿੱਚ ਮੈਡੀਕਲ ਕਾਲਜ ਬਣਵਾਇਆ। ਉੱਥੇ ਫਿਰ ਕੀ ਕੀਤਾ ਮੈਡੀਕਲ ਕਾਲਜ, ਔਰ ਉਸ ਤੋਂ ਬਾਅਦ ਉੱਥੇ ਕੀ ਕੀਤਾ ਸੀ ਜਿਹੜੀ ਅੰਗਰੇਜ਼ੀ ਆ ਉਹ ਲਾਗੂ ਕਰ ਦਿੱਤੀ ਸੀ। ਠੀਕ ਹੈ ਜੀ, ਅੰਗਰੇਜ਼ੀ ਲਾਗੂ ਕੀਤੀ ਸੀ। ਇਹ ਚੀਜ਼ਾਂ ਯਾਦ ਰੱਖ ਲੈਣੀਆਂ ਵਿਲੀਅਮ ਬੈਂਟਿਕ ਦੇ ਵੱਲੋਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ। ਅੰਗਰੇਜ਼ਾਂ ਨੇ ਪਲਾਸੀ ਦਾ ਯੁੱਧ ਜਿੱਤਿਆ ਸੀ। ਏ ਤੇ ਆਪਸ਼ਨ ਫਰਾਂਸੀਸੀ ਮਦਦ ਦੀ ਵਾਪਸੀ ਕਾਰਨ, ਬੀ ਤੇ ਆਪਣੇ ਕੋਲੇ ਅੰਗਰੇਜ਼ੀ ਸੈਨਿਕਾਂ ਦੀ ਸ਼੍ਰੇਸ਼ਠਤੀ ਕਾਰਨ, ਸੀ ਤੇ ਮੀਰ ਜਾਫਰ ਦੀ ਗਦਾਰੀ ਕਾਰਨ, ਔਰ ਡੀ ਤੇ ਕਲਾਈਵ ਦੀ ਬਹਾਦਰੀ ਕਾਰਨ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਆਪਣੇ ਕੋਲੇ ਸੀ, ਮੀਰ ਜਾਫਰ ਦੀ ਗਦਾਰੀ ਦੇ ਕਰਕੇ ਜਿੱਤੇ ਸੀ, ਜਿਹਦੇ ਵਿੱਚ ਕੀ ਸੀ ਸਰਾਜੂ ਦੋਲਾ ਨੂੰ ਮਾਰ ਦਿੱਤਾ ਗਿਆ ਸੀ। ਠੀਕ ਹੈ, ਉਹ ਕਹਿੰਦੇ ਨਾ ਜਿਵੇਂ ਆਪਾਂ ਸੁਣਦੇ ਹਾਂ ਰਮਾਇਣ ਦਾ ਜਿਹੜਾ ਅੰਤਿਮ ਯੁੱਧ ਹੋਇਆ ਸੀਗਾ, ਰਾਵਣ ਮਰ ਗਿਆ ਸੀ ਕਿਹਦੇ ਕਰਕੇ, ਵਿਭੀਸ਼ਣ ਦੇ ਕਰਕੇ। ਤਾਂ ਉਵੇਂ ਹੀ ਸੀਗਾ ਸਰਾਜੂ ਦੋਲਾ ਜਿਹੜਾ ਮੀਰ ਜਾਫਰ ਦੇ ਕਰਕੇ ਮਰਿਆ ਸੀ ਅੰਗਰੇਜ਼ਾਂ ਦੇ ਦੁਆਰਾ, ਇਹਨੇ ਗਦਾਰੀ ਕੀਤੀ ਸੀ ਉਦੋਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ। 1857 ਈਸਵੀ ਦੀ ਕ੍ਰਾਂਤੀ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਅੰਗਰੇਜ਼ਾਂ ਨੇ ਫੜ ਕੇ ਫਾਂਸੀ ਤੇ ਚੜਾ ਦਿੱਤਾ ਸੀ। ਤਾਂ ਇਹ ਤੇ ਆਪਸ਼ਨ ਹੈ ਤਾਂਤੀਆ ਟੋਪੇ, ਬੀ ਤੇ ਨਾਨਾ ਸਾਹਿਬ, ਸੀ ਤੇ ਲక్ష్ਮੀ ਬਾਈ, ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਰਾਈਟ ਆਪਸ਼ਨ ਆਪਣੇ ਕੋਲੇ ਕੀ ਹੋ ਜਾਏਗੀ ਜੀ, ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਤਾਂਤੀਆ ਟੋਪੇ
ਔਰ ਹੁਣ ਗੱਲ ਕਰ ਲਈਏ ਇਹਨਾਂ ਦਾ ਮੁੱਢਲਾ ਨਾਮ ਕੀ ਸੀ, ਤਾਂ ਰਾਮਚੰਦਰ ਪਾਂਡੂਰੰਗ ਸੀ। ਠੀਕ ਹੈ, ਰਾਮਚੰਦਰ ਪਾਂਡੂਰੰਗ। ਠੀਕ ਹੈ ਜੀ। ਤਾਂ ਇਹ ਹੈਗੇ ਕੌਣ ਸੀ, ਇਹ ਨਾਨਾ ਸਾਹਿਬ ਦੇ ਜਿਹੜੇ ਸੀ ਸੈਨਾਪਤੀ ਸਨ। ਇਸ ਤਰੀਕੇ ਦੇ ਨਾਲ ਅੱਗੇ ਯਾਦ ਰੱਖਣਾ ਹੈ ਜੀ। ਅੱਗੇ ਸਾਡੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ ਹੈ, ਬ੍ਰਿਟਿਸ਼ ਕੈਬਨਿਟ ਮਿਸ਼ਨ ਜੋ ਕਿ ਮਾਰਚ 1946 ਈਸਵੀ ਦੇ ਵਿੱਚ ਭਾਰਤ ਵਿੱਚ ਆਇਆ ਸੀ। ਦੇਖੋ ਇੱਕ ਤਾਂ ਕੁਐਸਚਨ ਇਹਦੇ ਵਿੱਚ ਹੀ ਕਲੀਅਰ ਹੋ ਗਿਆ ਆਪਣੇ ਕੋਲ ਕਿ ਕੈਬਨਿਟ ਮਿਸ਼ਨ ਕਦੋਂ ਆਇਆ, 1946 ਚ, ਮਹੀਨਾ ਵੀ ਦੱਸ ਦਿੱਤਾ ਮਾਰਚ ਦਾ। ਤਾਂ ਕਹਿੰਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਂਬਰ ਨਹੀਂ ਸੀ, ਮੈਂਬਰ ਪੁੱਛਿਆ ਕਿ ਕਿਹੜਾ ਨਹੀਂ ਸੀ। ਵੇਖੋ 3 ਮੈਂਬਰ ਹੈਗੇ ਇਹਦੇ ਵਿੱਚ ਔਰ ਇੱਕ ਮੈਂਬਰ ਹੈ ਜਿਹੜਾ ਉਹ ਨਹੀਂ ਸੀ, ਉਹ ਕਿਹੜਾ ਨਹੀਂ ਸੀ, ਤਾਂ ਉਹ ਆਪਾਂ ਲੱਭਣਾ। ਤਾਂ ਇਹ ਤੇ ਆਪਸ਼ਨ ਆਪਣੇ ਕੋਲ ਕੈਂਪਬੈਲ ਜੌਨਸਨ, ਬੀ ਤੇ ਹੈ ਏਵੀ ਅਲੈਗਜ਼ੈਂਡਰ, ਸੀ ਤੇ ਹੈ ਸਰ ਸਟਾਫੋਰਡ ਕ੍ਰਿਪਸ ਔਰ ਡੀ ਤੇ ਆਪਣੇ ਕੋਲੇ ਲਾਰਡ ਪੈਥਿਕ ਲਾਰੈਂਸ। ਤਾਂ ਰਾਈਟ ਆਪਸ਼ਨ ਆਪਣੇ ਕੋਲੇ ਕੀ ਹੋ ਜਾਏਗੀ ਜੀ, ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਕੈਂਪਬੈਲ ਜੌਨਸਨ। ਤਾਂ ਇਹ ਇਨਸਾਨ ਜਿਹੜਾ ਸੀ ਕੈਬਨਿਟ ਮਿਸ਼ਨ ਦੇ ਵਿੱਚ ਭਾਰਤ ਵਿੱਚ ਨਹੀਂ ਆਇਆ ਸੀ ਔਰ ਆ ਤਿੰਨੋਂ ਜਿਹੜੇ ਆਏ ਸਨ। ਠੀਕ ਹੈ ਜੀ। ਇਸ ਦਾ ਪ੍ਰਧਾਨ ਕੌਣ ਸੀ, ਤਾਂ ਉਹ ਸੀਗਾ ਲਾਰਡ ਪੈਥਿਕ ਲਾਰੈਂਸ ਔਰ ਆ ਜਿਹੜੇ 2 ਜਣੇ ਸੀਗੇ ਇਹ ਆਪਾਂ ਹੈਲਪਰ ਕਹਿ ਦਈਏ ਜਾਂ ਸਲਾਹਕਾਰ ਕਹਿ ਦਈਏ। ਠੀਕ ਹੈ ਜੀ। ਤਾਂ ਇਹਨਾਂ ਦੇ ਸਲਾਹਕਾਰ ਸਨ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ, ਸਰੋਜਨੀ ਨਾਇਡੂ ਨੇ ਗਾਂਧੀ ਕਾਲ ਦੇ ਦੌਰਾਨ ਹਿੰਦੂ ਮੁਸਲਿਮ ਏਕਤਾ ਦੇ ਰਾਜਦੂਤ ਦੇ ਤੌਰ ਤੇ ਸੰਬੋਧਿਤ ਕੀਤਾ ਸੀ। ਕਿਸ ਨੂੰ ਸੰਬੋਧਿਤ ਕੀਤਾ ਸੀਗਾ, ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਅਬਦੁਲ ਗਫਾਰ ਖਾਨ ਨੂੰ, ਬੀ ਤੇ ਹੈ ਮੌਲਾਨਾ ਆਜ਼ਾਦ, ਇੱਥੇ ਮੌਲਾਨਾ ਆਣਾ ਸੀ ਸੁਲਾਨਾ ਪਾਇਆ ਪਿਆ, ਸੀ ਤੇ ਹੈ ਸ਼ੌਕਤ ਅਲੀ ਨੂੰ ਔਰ ਡੀ ਤੇ ਹੈ ਮੁਹੰਮਦ ਅਲੀ ਜਿਨਾ। ਤਾਂ ਰਾਈਟ ਆਪਸ਼ਨ ਕੀ ਹੋ ਜਾਏਗੀ ਆਪਣੇ ਕੋਲੇ, ਮੁਹੰਮਦ ਅਲੀ ਜਿਨਾ। ਤਾਂ ਵਿਦਿਆਰਥੀ ਸਾਥੀਓ ਇਹ ਸੀਗਾ ਅੱਜ ਦਾ ਆਪਣਾ 22 ਨੰਬਰ ਲੈਕਚਰ। ਔਰ ਵਿਦਿਆਰਥੀ ਸਾਥੀਓ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਕਿ ਲੋੜਵੰਦ ਬੱਚਿਆਂ ਤੱਕ ਕੀ ਆ ਆਪਣੀਆਂ ਫ੍ਰੀ ਦੀਆਂ ਕਲਾਸਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਪਹੁੰਚ ਸਕਣ। ਸੋ ਸਟੂਡੈਂਟਸ, ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।